ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡੇ ਭਾਗ ਹਨ ਸਮੂਹ ਸੰਗਤਾਂ ਦੇ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾ ਰਹੇ ਹੋ। ਪਾਤਸ਼ਾਹ ਜੀ ਦੀ ਮਿਹਰ ਕਿਰਪਾ ਦਾ ਸਦਕਾ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਕਥਾ ਦੇ ਭਾਈ ਪੰਚਮ ਪਾਤਸ਼ਾਹ ਜੀ ਦੇ 60 ਸ਼ਬਦ ਸੰਪੂਰਨ ਹੋਏ ਹਨ। ਇਸ ਰਾਗ ਦੇ 29 ਸ਼ਬਦ 129 ਸ਼ਬਦ ਪਾਤਸ਼ਾਹ ਜੀ ਦੇ ਸੰਪੂਰਨ ਹੋਏ। ਅਗਲੇ ਸ਼ਬਦ ਵਿੱਚ ਪੰਚਮ ਪਾਤਸ਼ਾਹ ਜੀ 192 ਅੰਗ ਤੇ ਪਾਤਸ਼ਾਹ ਜੀ ਦੇ ਸ਼ਬਦ ਸੁਭਾਇਮਾਨ ਹਨ, ਬਚਨ ਕਰਦੇ ਹਨ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੌੜੀ ਰਾਗ ਵਿੱਚ ਬਚਨ ਕਰਦੇ ਹਨ ਜੀ। ਗੌੜੀ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਾਖ ਮਨ ਮਾਹੈ, ਨਾਮ ਸਿਮਰ ਚਿੰਤਾ ਸਭ ਜਾਹੇ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਇਸ ਸ਼ਬਦ ਦੀਆਂ ਪੰਕਤੀਆਂ ਵਿੱਚ ਬਚਨ ਕਰਦੇ ਹਨ। ਗੁਰ ਕਾ ਸ਼ਬਦ ਰਾਖ ਮਨ ਮਾਹੈ, ਕਹਿੰਦੇ ਸੱਚੇ ਗੁਰੂ ਦਾ ਸ਼ਬਦ ਮਨ ਦੇ ਵਿੱਚ ਵਸਾਣਾ ਕਰ। ਜਦੋਂ ਪਰਮੇਸ਼ਰ ਦਾ ਸਤਿਗੁਰ ਦੀ ਬਾਣੀ ਰੂਪ ਸ਼ਬਦ ਜੋ ਹੈ ਮਨ ਦੇ ਵਿੱਚ ਵਸ ਜਾਵੇਗਾ ਤੇ ਮਹਾਰਾਜ ਜੀ ਕਹਿੰਦੇ ਸਾਰੀਆਂ ਚਿੰਤਾ ਖਤਮ ਹੋ ਜਾਣਗੀਆਂ। ਹਿਰਦੇ ਦੇ ਵਿੱਚ ਮਨ ਦੇ ਵਿੱਚ ਸੱਚੀ ਬਾਣੀ ਨੂੰ ਵਸਾਣਾ ਕਰ। ਚਰਨ ਕਮਲ ਬਾਣੀ ਰੂਪ ਸ਼ਬਦ ਰੂਪ ਚਰਨ ਕਮਲਾਂ ਨੂੰ ਪਾਤਸ਼ਾਹ ਜੀ ਕਹਿੰਦੇ ਭਾਈ ਹਿਰਦੇ ਵਿੱਚ ਥਾਨ ਦੇ ਵਸਾਣਾ ਕਰ। ਗੁਰ ਕਾ ਸ਼ਬਦ ਰਾਖ ਮਨ ਮਾਹੇ, ਨਾਮ ਸਿਮਰ ਚਿੰਤਾ ਸਭ ਜਾਹੇ। ਮਹਾਰਾਜ ਜੀ ਕਹਿੰਦੇ ਨਾਮ ਨੂੰ ਸਿਮਰਨ ਦੇ ਨਾਲ ਭਾਈ ਸਾਰੀਆਂ ਚਿੰਤਾ ਝੂਰੇ ਸੈਂਸੇ ਨਿਵਰਤ ਹੁੰਦੇ ਹਨ। ਚਿੰਤਾ ਖਤਮ ਹੁੰਦੀ ਹੈ ਜਦੋਂ ਮਨ ਰੂਪ ਦੇ ਰਾਹੀਂ ਉਹ ਨਾਮ ਨੂੰ ਧਿਆਉਣਾ ਕਰੀਏ। ਸ਼ਬਦ ਰੂਪੀ ਚਰਨਾਂ ਕਮਲਾਂ ਨੂੰ ਮਨ ਦੇ ਵਿੱਚ ਵਸਾ ਲੈਂਦਾ ਕੋਈ ਜਗਿਆਸੂ ਗੁਰਮੁਖ। ਤੇ ਮਹਾਰਾਜ ਜੀ ਕਹਿੰਦੇ ਨਾਮ ਸੱਚੇ ਨਾਮ ਨੂੰ ਸਿਮਰ ਕੇ ਸਾਰੀ ਚਿੰਤਾ ਮਨ ਦੇ ਸੈਂਸੇ ਨਿਵਰਤ ਹੋ ਜਾਂਦੇ ਹਨ। ਬਿਨ ਭਗਵੰਤ ਨਾਹੀ ਅੰਨ ਕੋਏ, ਮਾਰੈ ਰਾਖੈ ਏਕੋ ਸੋਏ। ਤੇ ਮਹਾਰਾਜ ਜੀ ਰਹਾਉ ਦੀ ਪੰਕਤੀ ਦੇ ਵਿੱਚ ਕੇਂਦਰੀ ਭਾਵ ਦਰਸਾਉਂਦੇ ਨੇ। ਬਿਨ ਭਗਵੰਤ ਨਹੀਂ ਅੰਨ ਕੋਏ, ਕਹਿੰਦੇ ਭਗਵੰਤ ਪਰਮੇਸ਼ਰ ਪ੍ਰਭੂ ਤੋਂ ਠਾਕੁਰ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਕੋਈ ਨਹੀਂ ਐ ਤੈਨੂੰ ਬਚਾਉਣ ਵਾਲਾ, ਤੇਰਾ ਰਾਖਾ ਕੋਈ ਨਹੀਂ ਬਣ ਸਕਦਾ। ਇੱਕੋ ਹੀ ਹੈ ਠਾਕਰ ਮਾਰੇ ਰਾਖੇ ਕੋ ਆਪ, ਮਨੁੱਖ ਕਹਿ ਕਿਛ ਨਾਹੀ ਹਾਥ। ਇੱਕੋ ਹੀ ਮਾਰਨ ਵਾਲਾ ਹੈ, ਇੱਕੋ ਹੀ ਰੱਖਣ ਵਾਲਾ, ਬਚਾਉਣ ਵਾਲਾ। ਜੇ ਕਰਮਾਂ ਦੇ ਸਵਾਸਾਂ ਦੀ ਪੂੰਜੀ ਬਾਕੀ ਹੈ ਤਾਂ ਉਹੀ ਠਾਕਰ ਰਾਖਾ ਬਣਦਾ। ਜੇ ਕਰਮਾਂ ਦੀ ਪੂੰਜੀ ਸਵਾਸਾਂ ਦੀ ਬਾਕੀ ਨਹੀਂ ਹੈ, ਕੋਈ ਬਚਾ ਨਹੀਂ ਸਕਦਾ, ਮਾਰਨ ਵਾਲਾ ਵੀ ਉਹੀ ਹੈ। ਫਿਰ ਕਿਸੇ 'ਚ ਪਾਵਰ ਨਹੀਂ ਹੈ ਕੋਈ ਬਚਾ ਲਵੇ ਸਾਨੂੰ, ਜੇ ਸਵਾਸ ਨਹੀਂ ਹੈ ਸਾਡੇ।
ਤੇ ਪਰ ਜੇ ਸਵਾਸਾਂ ਦੀ ਪੂੰਜੀ ਬਾਕੀ ਹੈ, ਕਿਸੇ 'ਚ ਤਾਕਤ ਨਹੀਂ ਹੈ, ਕੋਈ ਸਾਨੂੰ ਮਾਰ ਦੇਵੇ। ਇਹ ਦੋਵੇਂ ਜਗ੍ਹਾ ਤੇ ਦੇਖੋ ਆਪ ਵਰਤਦਾ ਉਹ। ਤਾਂ ਹੀ ਤਾਂ ਬਚਨ ਕਰਤੇ ਮਹਾਰਾਜ, ਮਾਰੈ ਰਾਖੈ ਕੋ ਆਪ। ਇੱਕੋ ਹੀ ਹੈ ਭਾਈ, ਮਾਰਨ ਰੱਖਣ ਵਾਲਾ ਉਹ ਮਾਲਕ ਹੀ ਹਰੀ ਹੈ। ਤੇ ਬਿਨ ਭਗਵੰਤ ਨਾਹੀ ਅਨ ਕੋਏ। ਮਹਾਰਾਜ ਜੀ ਕਹਿੰਦੇ ਉਹਦੇ ਤੋਂ ਬਿਨਾ ਕੋਈ ਦੂਜਾ ਮਾਲਕ ਨਹੀਂ ਹੈ, ਸਾਡਾ ਪਾਲਣਹਾਰਾ ਨਹੀਂ ਹੈ। ਮਾਰੈ ਰਾਖੈ ਏਕੋ ਸੋਏ। ਮਹਾਰਾਜ ਜੀ ਕਹਿੰਦੇ ਉਹ ਮਾਰਦਾ, ਉਹੀ ਰੱਖਦਾ, ਹਰ ਜਗ੍ਹਾ ਤੇ ਉਹਦਾ ਵਾਸ ਹੈ। ਰਹਾਉ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਬਚਨ ਕਰਦੇ ਹਨ, ਭਾਈ ਗੁਰ ਕੈ ਚਰਨ ਹਿਰਦੇ ਉਰ ਧਾਰ। ਤੇ ਮਹਾਰਾਜ ਜੀ ਕਹਿੰਦੇ ਉਹਦੇ ਚਰਨ ਕਮਲ ਜਿਹੜੇ ਹਨ ਉਹਨਾਂ ਹਿਰਦਿਆਂ ਵਿੱਚ ਧਾਰਨਾ ਕਰ। ਬਾਣੀ ਨੂੰ ਜੇਬਾ ਰਾਹੀਂ ਜਪ ਕੇ ਹਿਰਦੇ ਵਿੱਚ ਭਾਵ ਵਸਾਣਾ ਕਰ। ਨਾਮ ਰੂਪੀ ਚਰਨ ਹਨ ਉਹਦੇ, ਸ਼ਬਦ ਰੂਪੀ ਚਰਨ ਹਨ ਉਹਦੇ। ਜਿਸ ਵੇਲੇ ਮਹਾਰਾਜ ਜੀ ਸਰੀਰ ਵਿੱਚ ਸਨ, ਉਸ ਵੇਲੇ ਉਹ ਚਰਨਾਂ ਕਮਲਾਂ ਦੀ ਗੱਲ ਕੀਤੀ, ਪਰ ਬਾਣੀ ਦੇ ਵਿੱਚ ਆਤਮਿਕ ਚਰਨਾਂ ਦੀ ਗੱਲ ਕੀਤੀ ਹੈ, ਮਾਰ ਸ਼ਬਦ ਰੂਪੀ ਚਰਨਾਂ ਦੀ। ਕਿਉਂਕਿ ਹੁਣ ਸ਼ਬਦ ਸਾਡਾ ਗੁਰੂ ਹੈ, ਸੁਰਤ ਧੁਨ ਚੇਲਾ। ਪਹਿਲੋਂ ਗੁਰੂ ਸੀ ਗੁਰੂ ਨਾਨਕ ਮਹਾਰਾਜ ਪਹਿਲੇ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 10ਵੇਂ ਪਾਤਸ਼ਾਹ। 10 ਪਾਤਸ਼ਾਹੀਆਂ ਤੱਕ ਸਰੀਰ 'ਚ ਸਿਲਸਿਲਾ ਚੱਲਦਾ ਰਿਹਾ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਸ ਦਿਨ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਖਸ਼ਦੀ, ਸ਼ਬਦ ਗੁਰੂ ਨੂੰ ਪਿਆਰੇ, ਉਸ ਦਿਨ ਫਿਰ ਸ਼ਬਦ ਗੁਰੂ ਬਣ ਗਿਆ। ਸ਼ਬਦ ਗੁਰ ਸੁਰਤ ਧੁਨ ਚੇਲਾ। ਤੇ ਮਹਾਰਾਜ ਜੀ ਕਹਿੰਦੇ ਹੁਣ ਤਾਂ ਸ਼ਬਦ ਨੂੰ ਗੁਰੂ ਬਣਾਉਣਾ। ਸ਼ਬਦ ਰੂਪੀ ਚਰਨ ਕਮਲ ਮਹਾਰਾਜ ਜੀ ਕਹਿੰਦੇ ਜੇਬਾਂ ਰਾਹੀਂ ਜਪ ਕੇ ਹਿਰਦੇ ਵਿੱਚ ਵਸਦੇ ਹਨ। ਇਹ ਇੱਕੋ ਹੀ ਰਸਤਾ ਹੈ। ਤੇ ਮਹਾਰਾਜ ਜੀ ਕਹਿੰਦੇ ਇਹਨੂੰ ਧਾਰਨ ਕਰਨਾ ਕਰ। ਅਗਨ ਸਾਗਰ ਜਪ ਉਤਰ ਹੈ ਪਾਰ। ਇਹ ਸੰਸਾਰ ਜਿਹੜਾ ਅੱਗ ਦਾ ਸਾਗਰ ਹੈ, ਮਹਾਰਾਜ ਜੀ ਕਹਿੰਦੇ ਇਸ ਅਗਨ ਸਾਗਰ ਤੋਂ ਪਾਰ ਉਤਰ ਜਾਵੇਂਗਾ। ਭਾਵ ਸਾਗਰ ਅਗਨ ਰੂਪੀ ਸੰਸਾਰ ਹੈ ਨਾ ਜਿਹੜਾ, ਉਹਦੇ ਤੋਂ ਤਰ ਜਾਵੇਂਗਾ। ਤੇਰੀ ਆਤਮਾ ਜੇ ਅੱਗ ਤੋਂ ਇਸ ਤਪੱਸਿਆ ਬਚ ਜਾਵੇਗੀ, ਉਹ ਮਹਾਰਾਜ ਜੀ ਕਹਿੰਦੇ ਭਾਵ ਸਾਗਰ ਤੋਂ ਪਾਰ ਹੋ ਜਾਵੇਗੀ। ਗੁਰ ਮੂਰਤ ਸਿਉ ਲਾਏ ਧਿਆਨ, ਇਹਾਂ ਉਹਾਂ ਪਾਵੈ ਮਾਨ। ਮਹਾਰਾਜ ਜੀ ਅਗਲੇ ਤੀਜੇ ਪਦ ਵਿੱਚ ਬਚਨ ਕਰਦੇ ਨੇ, ਕਹਿੰਦੇ ਗੁਰੂ ਦੀ ਮੂਰਤ ਸੋ ਲਾਏ ਧਿਆਨ। ਮਹਾਰਾਜ ਜੀ ਕਹਿੰਦੇ ਗੁਰੂ ਦੀ ਮੂਰਤ ਨੂੰ ਹਿਰਦੇ ਵਿੱਚ ਧਿਆਨ ਧਾਰ। ਉਹਦਾ ਮਨ ਕਰਕੇ ਤਨ ਕਰਕੇ ਦੋਹਾਂ ਪੱਖਾਂ ਤੋਂ ਉਹਦੀ ਮੂਰਤ ਸੱਚੇ ਨਾਮ ਦੀ, ਮਹਾਰਾਜ ਜੀ ਕਹਿੰਦੇ ਉਹਦਾ ਧਿਆਨ ਧਾਰ। ਕੋਈ ਦੂਜੀ ਵਸਤੂ ਦਾ ਧਿਆਨ ਨਾ ਲਾ, ਬਿਨਸਨਹਾਰ ਵਸਤੂਆਂ ਦੇ ਧਿਆਨ ਨਾ ਰੱਖ। ਧਿਆਨ ਦੇ ਵਿੱਚ ਹਿਰਦੇ ਦੇ ਵਿੱਚ ਉਹਦਾ ਮਾਲਕ ਦੀ ਮੂਰਤ ਤੇਰੇ ਵਸੀ ਰਵੇ। ਤੇ ਮਹਾਰਾਜ ਜੀ ਕਹਿੰਦੇ ਫਿਰ ਕੀ ਹੋਵੇਗਾ? ਇਹਾਂ ਉਹਾਂ ਦਰ ਪਾਵੇ ਮਾਨ। ਫਿਰ ਤੂੰ ਮਾਨ ਪਾਏਗਾ, ਇਹਾਂ ਸੰਸਾਰ ਵਿੱਚ, ਉਹਾਂ ਦਰਗਾਹ ਵਿੱਚ। ਕਹਿੰਦੇ ਦੋਵਾਂ ਜਗ੍ਹਾ ਤੇ, ਦੋ ਜਗ੍ਹਾ ਤੇ ਤੈਨੂੰ ਮਾਣ ਮਿਲੇਗਾ। ਸਰੀਰ ਵਿੱਚ ਹੈ ਤਾਂ ਸ੍ਰਿਸ਼ਟੀ ਵਿੱਚ ਮਾਣ ਮਿਲੇਗਾ, ਤੇ ਸਰੀਰ ਛੱਡੇਗੀ ਆਤਮਾ, ਦਰਗਾਹ ਵਿੱਚ ਮਾਣ ਮਿਲੇਗਾ। ਦੋਵਾਂ ਜਗ੍ਹਾ ਤੇ ਉਹਾਂ ਉਹਾਂ ਤੂੰ ਮਾਣ ਪਾ ਲਵੇਂਗਾ, ਇੱਜ਼ਤ ਪਾਏਗਾ। ਸਗਲ ਤਿਆਗ ਗੁਰ ਸਰਨੀ ਆਇਆ, ਮਿਟੇ ਅੰਦੇਸੇ ਨਾਨਕ ਸੁਖ ਪਾਇਆ। ਹੀਰਲੇ ਪਦ ਵਿੱਚ ਪਾਤਸ਼ਾਹ ਜੀ ਬਚਨ ਕਰਦੇ ਹਨ, ਕਹਿੰਦੇ ਸਗਲ ਤਿਆਗ ਗੁਰ ਸਰਨੀ ਆਇਆ। ਜੇ ਮਹਾਰਾਜ ਜੀ ਕਹਿੰਦੇ ਤਿਆਗ ਕਰਕੇ ਉਹਦੀ ਸਰਨ ਆ ਜਾਵੇਂਗਾ, ਕਹਿੰਦੇ ਹਉਮੈ ਦਾ ਹੰਕਾਰ ਦਾ ਤਿਆਗ ਕਰ ਦੇਗਾ ਤੇ ਗੁਰੂ ਦੀ ਸਰਨ ਜੇ ਤੱਕ ਲੇਗਾ। ਜੇ ਜਗਿਆਸੂ ਹੈ ਪ੍ਰਾਨੀ ਹੈ ਮਨੁੱਖ, ਸਗਲ ਤਿਆਗ ਗੁਰ ਸਰਨੀ ਆਇਆ, ਮਿਟੇ ਅੰਦੇਸੇ ਨਾਨਕ ਸੁਖ ਪਾਇਆ। ਮਹਾਰਾਜ ਜੀ ਕਹਿੰਦੇ ਸਾਰੇ ਅੰਦੇਸੇ ਮਿਟ ਜਾਣਗੇ, ਨਾਨਕ ਸੁਖ ਪਾਇਆ। ਮਹਾਰਾਜ ਜੀ ਕਹਿੰਦੇ ਤੂੰ ਸੁਖ ਪਾ ਲਵੇਂਗਾ ਜਦੋਂ ਉਹਦੀ ਸਰਨ ਆ ਜਾਵੇਂਗਾ। ਸੰਸਾਰੀ ਬਨੋਟੀ ਸਰਨ ਛੱਡ ਦਵੇਂਗਾ, ਲੋਕਾਂ ਦੇ ਭਰੋਸਾ ਛੱਡ ਕੇ ਗੁਰੂ ਤੇ ਭਰੋਸਾ ਤੇਰਾ ਵੱਜ ਜਾਵੇਗਾ। ਸੱਚੇ ਗੁਰੂ ਤੇ ਟੇਕ ਵੱਜ ਜਾਵੇਗੀ, ਉਹਦੀ ਸਰਨ ਤੱਕ ਲਵੇਂਗਾ, ਉਹਦੀ ਸਰਨ ਗ੍ਰਹਿਣ ਕਰ ਲਵੇਂਗਾ। ਤੇ ਮਹਾਰਾਜ ਜੀ ਕਹਿੰਦੇ ਫਿਰ ਮਿਟ ਜਾਵੇਗਾ ਅੰਦੇਸਾ। ਤੇ ਮਹਾਰਾਜ ਜੀ ਕਹਿੰਦੇ ਸੁਖ ਆਤਮਾ ਦਾ ਸੁਖ ਲੈ ਲਵੇਂਗਾ, ਪਾ ਲਵੇਂਗਾ। ਗੌੜੀ ਮਹੱਲਾ ਪੰਜਵਾਂ। ਅਗਲਾ ਸ਼ਬਦ ਮਹਾਰਾਜ ਜੀ ਆਰੰਭ ਕਰਦੇ ਹਨ, ਜਿਸ ਸਿਮਰਤ ਦੁਖ ਸਭ ਜਾਏ। ਇਸ ਸ਼ਬਦ ਦੀਆਂ ਪੰਕਤੀਆਂ ਵਿੱਚ ਮਹਾਰਾਜ ਜੀ ਬਚਨ ਕਰਦੇ ਹਨ, ਕਹਿੰਦੇ ਉਹਦਾ ਸਿਮਰਨ ਕਰਨ ਨਾਲ ਭਾਈ ਸਾਰੇ ਦੁੱਖ ਜਾਂਦੇ ਹਨ। ਜਿਸ ਸਿਮਰਤ
ਸਭ ਦੁੱਖ ਜਾਏ। ਕਹਿੰਦੇ ਜਿਹਦਾ ਸਿਮਰਨ ਕਰਨ ਦੇ ਨਾਲ ਸੱਚੇ ਪ੍ਰਭੂ ਦਾ ਸਾਰੇ ਦੁੱਖਾਂ ਦੀ ਨਿਵਰਤੀ ਹੁੰਦੀ ਹੈ। ਮਹਾਰਾਜ ਜੀ ਕਹਿੰਦੇ ਭਰੋਸਾ ਕਰਕੇ ਜਦੋਂ ਭਗਤ ਗੁਰਮੁਖ ਦੀ ਨਾਮ ਜਪਦੇ ਹਨ, ਬਾਣੀ ਪੜ੍ਹਦੇ ਹਨ, ਸਿਮਰਦੇ ਹਨ ਨੂੰ, ਮਹਾਰਾਜ ਜੀ ਕਹਿੰਦੇ ਉਹਨੂੰ ਸਿਮਰਨ ਕਰਨ ਦੇ ਨਾਲ ਦੁੱਖ ਸਭ ਜਾਏ। ਕਹਿੰਦੇ ਆਤਮਾ ਦੇ ਦੁੱਖ, ਸਰੀਰਕ ਦੁੱਖ ਟੁੱਟ ਜਾਂਦੇ ਹਨ। ਨਾਮ ਰਤਨ ਵਸੇ ਮਨ ਆਏ। ਕਹਿੰਦੇ ਨਾਮ ਇੱਕ ਰਤਨ ਦੀ ਤਰ੍ਹਾਂ ਹੈ। ਨਾਮ ਰੂਪੀ ਰਤਨ ਹੈ ਨਾ ਜਿਹੜਾ, ਇਹ ਮਨ ਦੇ ਵਿੱਚ ਆ ਵਸਦਾ ਹੈ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ। ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਮਹਾਰਾਜ ਜੀ ਦਰਸਾਉਂਦੇ ਹਨ ਸ਼ਬਦ ਦਾ। ਕਹਿੰਦੇ ਇਸ ਕਰਕੇ ਭਾਈ ਇਹ ਮਨਾ ਉਹਨੂੰ ਜਪਣਾ ਕਰ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਧਰਤੀ ਦੇ ਮਾਲਕ ਦੀ, ਠਾਕਰ ਦੀ, ਗੋਬਿੰਦ ਦੀ ਬਾਣੀ ਨੂੰ ਜਪਣਾ ਕਰ, ਧਿਆਉਣਾ ਕਰ। ਸਾਧ ਜਨ ਰਾਮ ਰਸਨ ਵਖਾਣੀ। ਮਹਾਰਾਜ ਕਹਿੰਦੇ ਸਾਧੂ ਜਨ ਉਹਦਾ ਨਾਮ ਜਪਦੇ ਹਨ, ਉਹ ਰਾਮ ਨੂੰ ਸਸਲਾ ਰਾਹੀਂ ਸਿਮਰਦੇ ਹਨ। ਸਾਧੂ ਜਨ ਰਾਮ ਰਸਨ ਵਖਾਣੀ। ਕਹਿੰਦੇ ਉਹਨਾਂ ਦੇ ਰਸਨਾ ਤੇ ਉਹਦਾ ਵਾਸ ਹੁੰਦਾ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਬਚਨ ਕਰਦੇ ਹਨ, ਭਾਈ ਇਕਸ ਬਿਨ ਨਾਹੀ ਦੂਜਾ ਕੋਏ। ਫਿਰ ਉਸੇ ਜਿਵੇਂ ਪਿਛਲੇ ਸ਼ਬਦ ਵਿੱਚ ਮਹਾਰਾਜ ਜੀ ਦ੍ਰਿੜ ਕਰਾਉਂਦੇ ਸੀ, ਇੱਥੇ ਵੀ ਕਹਿੰਦੇ ਨੇ ਕਿ ਇੱਕੋ ਹੀ ਹੈ ਮਾਲਕ ਭਾਈ, ਇੱਕ ਤੋਂ ਬਿਨਾ ਦੂਜਾ ਕੋਈ ਨਹੀਂ ਹੈ। ਇਕਸ ਬਿਨ ਨਾਹੀ ਦੂਜਾ ਕੋਏ। ਇੱਕੋ ਦਾ ਹੀ ਹੁਕਮ ਹੈ, ਇੱਕੋ ਦਾ ਹੀ ਸੰਸਾਰ ਤੇ ਬਲ ਸੱਤ ਚੱਲ ਰਿਹਾ ਹੈ। ਇੱਕੋ ਦੀ ਬ੍ਰਹਮੰਡਾ ਖੰਡਾਂ ਵਿੱਚ ਹੁਕਮ ਚੱਲਦਾ ਭਾਈ, ਇੱਕੋ ਤੋਂ ਬਿਨਾ ਦੂਜਾ ਕੋਈ ਨਹੀਂ ਹੈ। ਤਾਂ ਹੀ ਤਾਂ ਇੱਕ ਓਂਕਾਰ ਤੋਂ ਬਾਣੀ ਸ਼ੁਰੂ ਹੋਈ। ਐਕਾ ਤਾਂ ਹੀ ਲਾਇਆ ਮਹਾਰਾਜ ਨੇ ਵੀ ਇੱਕੋ ਠਾਕਰ ਹੈ, ਇੱਕੋ ਹਰੀ ਹੈ, ਇੱਕੋ ਵਾਹਿਗੁਰੂ ਹੈ, ਇੱਕੋ ਅੱਲਾ ਹੈ। ਸਾਰੇ ਨਾਮ ਅਨੇਕਾਂ ਹਨ ਉਹਦੇ ਮਾਲਕ ਦੇ, ਪਰ ਹੈ ਇੱਕੋ ਹੀ ਹੈ। ਇੱਕੋ ਹੀ ਪਾਲਣ ਹਾਇਆ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਆਪਾਂ ਪੜ੍ਹਦੇ ਹਾਂ ਨਾ ਜਪਜੀ ਸਾਹਿਬ ਦੀ ਪੌੜੀ, ਸਾਰੇ ਜੀਵਾਂ ਦਾ ਮਹਾਰਾਜ ਜੀ ਕਹਿੰਦੇ ਇੱਕੋ ਹੀ ਦਾਤਾ। ਉੱਥੇ ਵੀ ਮਹਾਰਾਜ ਜੀ ਕਹਿੰਦੇ ਨੇ, ਇੱਥੇ ਵੀ ਕਹਿ ਰਹੇ ਨੇ, ਕਹਿੰਦੇ ਇੱਕੋ ਹੀ ਆ ਹਰੀ। ਕਹਿੰਦੇ ਇੱਕੋ ਹੀ ਸਾਰਿਆਂ ਦਾ ਦਾਤਾ ਹਰੀ ਹੈ, ਪ੍ਰਭੂ ਹੈ। ਉਹਨੂੰ ਸਿਮਰਨਾ ਚਾਹੀਦਾ, ਉਹਦਾ ਨਾਮ ਜਪਣਾ ਚਾਹੀਦਾ। ਇਕਸ ਬਿਨ ਨਾ ਹੀ ਦੂਜਾ ਕੋਈ। ਕਹਿੰਦੇ ਦੂਜਾ ਕੋਈ ਨਹੀਂ ਹੈ। ਜਾਂ ਕੀ ਦਿਸ਼ਟ ਸਦਾ ਸੁਖ ਹੋਈ। ਤੇ ਮਹਾਰਾਜ ਜੀ ਕਹਿੰਦੇ ਉਹਦੀ ਦ੍ਰਿਸ਼ਟੀ ਦੇ ਨਾਲ ਸਦਾ ਸੁਖ ਬਣਦਾ ਭਾਈ। ਜਿਹੜਾ ਜਗਿਆਸੂ ਕੋਈ ਪ੍ਰਾਣੀ ਉਹਦੀ ਦ੍ਰਿਸ਼ਟੀ ਚ ਆ ਜਾਂਦਾ, ਨਿਗਾਹ ਚ ਆ ਜਾਂਦਾ, ਉਹਦੀ ਖੁਸ਼ੀ ਲੈ ਜਾਂਦਾ, ਤੇ ਮਹਾਰਾਜ ਜੀ ਕਹਿੰਦੇ ਉਹ ਸੁਖ ਪਾ ਲੈਂਦਾ, ਉਹਨੂੰ ਸੁਖ ਮਿਲ ਜਾਂਦਾ। ਸਾਜਨ ਮੀਤ ਸਖਾ ਹਰ ਏਕ। ਤੇ ਮਹਾਰਾਜ ਜੀ ਕਹਿੰਦੇ ਉਹ ਜਦੋਂ ਸੱਚਾ ਮਿੱਤਰ ਬਣਦਾ ਨਾ, ਸੱਜਣ ਮਾਲਕ ਪ੍ਰਭੂ, ਉਹ ਮਿੱਤਰ ਬਣ ਜਾਂਦਾ, ਸਖਾ ਬਣ ਜਾਂਦਾ। ਇੱਕੋ ਹੀ ਮਹਾਰਾਜ ਜੀ ਕਹਿੰਦੇ ਉਹ ਸਖਾ ਸੱਚਾ ਮਿੱਤਰ ਹੈ ਹਰੀ ਪ੍ਰਭੂ। ਹਰ ਹਰ ਅੱਖਰ ਮਨ ਮੈਂ ਲੇਖ। ਤੇ ਮਹਾਰਾਜ ਜੀ ਕਹਿੰਦੇ ਹਰੀ ਦੇ ਸੱਚੇ ਅੱਖਰ ਜਿਹੜੇ ਹਨ ਉਹ ਮਨ ਦੇ ਵਿੱਚ ਲਿਖ ਲਏ ਜਾਣ, ਮਨ ਦੇ ਵਿੱਚ ਉਹ ਵਸਾ ਲਏ ਜਾਣ। ਰਵ ਰਿਹਾ ਸਰਬੱਤਰ ਸੁਆਮੀ, ਗੁਣ ਗਾਵੇ ਨਾਨਕ ਅੰਤਰ ਜਾਮੀ। ਅਖੀਰਲੀਆਂ ਪੰਕਤੀਆਂ ਵਿੱਚ ਮਹਾਰਾਜ ਜੀ ਬਚਨ ਕਰਦੇ ਹਨ, ਬੇਨਤੀ ਦੀਆਂ ਸੁੱਖਾਂ ਚਾਰਨ ਕਰਨੇ। ਰਵ ਰਿਹਾ ਸਰਬੱਤਰ ਸੁਆਮੀ, ਸਾਰਿਆਂ ਵਿੱਚ ਉਹ ਰਵ ਰਿਹਾ ਹੈ, ਸਾਰੇ ਜੀਵਾਂ ਦੇ ਵਿੱਚ ਉਹ ਵਸ ਰਿਹਾ। ਭਾਵ ਕਣ ਕਣ ਦੇ ਵਿੱਚ ਉਹਦਾ ਵਾਸ ਹੈ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿ ਉਪਕਾਰ। ਮਹਾਰਾਜ ਜੀ ਕਹਿੰਦੇ ਹਨ, ਕਹਿੰਦੇ ਘਟ ਘਟ ਵਿੱਚ ਹਰ ਹਰ ਉਹ ਵਸਦਾ, ਪ੍ਰਭੂ ਵਸਦਾ, ਹਰੀ ਵਸਦਾ। ਰਵ ਰਿਹਾ ਸਰਬੱਤਰ ਸੁਆਮੀ, ਉਹ ਸੁਆਮੀ ਵਰਤ ਰਿਹਾ ਹਰ ਜਗ੍ਹਾ ਤੇ ਹਰ ਜੀਵ ਦੇ ਵਿੱਚ। ਗੁਣ ਗਾਵੇ ਨਾਨਕ ਅੰਤਰ ਜਾਮੀ। ਤੇ ਮਹਾਰਾਜ ਜੀ ਕਹਿੰਦੇ ਮੈਂ ਉਹਦੇ ਗੁਣ ਗਾਣਾ ਕਰਦਾ ਹਾਂ। ਗੁਣ ਗਾਵੇ ਨਾਨਕ ਅੰਤਰ ਜਾਮੀ, ਅੰਤਰ ਜਾਮੀ ਪ੍ਰਭੂ ਦੇ ਹਰੀ ਦੇ ਮੈਂ ਗੁਣ ਗਾਣਾ ਕਰਦਾ ਹਾਂ, ਉਹਨੂੰ ਧਿਆਣਾ ਕਰਦਾ ਹਾਂ ਹਰੀ ਨੂੰ, ਉਹਨੂੰ ਜਪਣਾ ਕਰਦਾ ਪ੍ਰਭੂ ਨੂੰ। ਇਹ ਸਾਨੂੰ ਮਹਾਰਾਜ ਜੀ ਜਾਚ ਦੱਸਦੇ ਹਨ ਜੀਵਾਂ ਨੂੰ। ਇਹਦੇ ਭਾਈ ਉਹਨੂੰ ਪ੍ਰਮਾਤਮਾ ਨੂੰ ਜਪਣਾ ਚਾਹੀਦਾ, ਪ੍ਰਭੂ ਨੂੰ, ਹਰੀ ਨੂੰ। ਉਹ ਸਾਰੇ ਜੀਵਾਂ ਵਿੱਚ ਵਰਤ ਰਿਹਾ, ਹਰ ਜਗ੍ਹਾ ਤੇ ਉਹਦਾ ਵਾਸ ਹੈ, ਹਰ ਜਗ੍ਹਾ ਤੇ ਉਹ ਪਲੀਪੂਰਨ ਹੈ। ਘਟ ਘਟ ਵਿੱਚ ਉਹ ਵਸ ਰਿਹਾ, ਇਸ ਕਰਕੇ ਉਹਨੇ ਗਾਉਂਦੇ ਰਹੀਏ, ਚੇਤਾ ਰੱਖੀਏ। ਘਰ ਭੂਮੀ ਨੂੰ ਤਿਆਗ ਦੀਏ ਤੇ ਹਿਰਦੇ ਵਿੱਚ ਹੀ ਉਹ ਵਸ ਪ੍ਰਕਾਸ਼ ਹੋ ਜਾਏ। ਅੰਤਰ ਜਾਮੀ ਹਿਰਦੇ ਵਿੱਚ ਹੀ ਪੈਦਾ ਹੋ ਜਾਣਾ, ਹਿਰਦੇ ਵਿੱਚ ਹੀ ਉਹ ਪ੍ਰਗਟ ਹੋ ਜਾਣਾ। ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ।
ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੋ ਸ਼ਬਦ ਸੰਪੂਰਨ ਹੋਏ। ਸਤਿਗੁਰੂ ਜੀ ਸਦਾ ਹੀ ਕਿਰਪਾ ਕਰਨ, ਨਾਮ ਬਾਣੀ ਦਾ ਪਿਆਰ ਬਖਸ਼ਣ। ਜਿੱਥੇ ਸ਼ਬਦਾਂ ਦੇ ਵਿੱਚ ਮਹਾਰਾਜ ਜੀ ਸੱਚੇ ਨਾਮ ਦੀਆਂ ਬਰਕਤਾਂ ਬਾਰੇ ਵਰਣਨ ਕਰਦੇ ਹਨ, ਸਾਨੂੰ ਜੀਵਾਂ ਨੂੰ ਦੱਸਦੇ ਹਨ ਕਿ ਨਾਮ ਦੇ ਵਿੱਚ ਕੀ ਪਾਵਰ ਹੈ। ਸੱਚਾ ਨਾਮ ਜਿਹੜਾ ਉਹਨੂੰ ਪ੍ਰਾਪਤ ਕਰਨਾ ਚਾਹੀਦਾ, ਉਹ ਕਿਵੇਂ ਉਹਦੀ ਪ੍ਰਾਪਤੀ ਹੁੰਦੀ ਹੈ? ਸੱਚੇ ਗੁਰੂ ਰਾਹੀਂ, ਸੱਚੇ ਗੁਰੂ ਦੇ ਸ਼ਬਦ ਰਾਹੀਂ ਉਹਦੀ ਪ੍ਰਾਪਤੀ ਹੈ। ਸੰਗਤ ਕਰਕੇ ਉਹਦੀ ਪ੍ਰਾਪਤੀ ਹੈ, ਉਹਦੇ ਦਰਸ਼ਨ ਕਰਕੇ, ਨਾਮ ਰੂਪੀ ਦਰਸ਼ਨਾਂ ਦੇ ਵਿੱਚ ਉਹਦੀ ਪ੍ਰਾਪਤੀ ਹੈ। ਸਦਾ ਹੀ ਉਹਦੇ ਦਰਸ਼ਨ ਕਰੀਏ, ਸੰਗਤ ਕਰੀਏ, ਉਹਦੀ ਬਾਣੀ ਸੁਣੀਏ, ਬਾਣੀ ਨੂੰ ਧਿਆਈਏ, ਬਾਣੀ ਨੂੰ ਹਿਰਦੇ ਵਿੱਚ ਵਸਾਈਏ, ਬਾਣੀ ਦੀ ਵਿਚਾਰ ਨੂੰ ਮੰਨਣਾ ਕਰੀਏ, ਤਾਂ ਕਿ ਸਾਡਾ ਜੀਵਨ ਜਿਹੜਾ ਸਫਲ ਬਣ ਸਕੇ। ਇਹ ਸ਼ਬਦਾਂ ਦੀ ਭਾਈ ਵਿਚਾਰ ਹੈ। ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ। ਅੱਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਸ਼ਮੇਸ਼ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ, ਸਭ ਤੋਂ ਵੱਡੇ ਬਾਬਾ ਅਜੀਤ ਸਿੰਘ ਸਨ, ਦੂਸਰੇ ਨੰਬਰ ਤੇ ਜੁਝਾਰ ਸਿੰਘ ਸਨ, ਜੋਰਾਵਰ ਸਿੰਘ ਜੀ ਤੀਸਰੇ ਨੰਬਰ ਤੇ ਸਨ। ਉਹਨਾਂ ਦੇ ਬਾਬਾ ਜੀ ਦੇ ਅੱਜ ਜਨਮ ਦਿਨ ਹਨ। ਬਹੁਤ ਬਹੁਤ ਵਧਾਈਆਂ ਹੋਣ। 1753 ਦੇ ਵਿੱਚ, ਸੰਮਤ 1753 ਵਿੱਚ ਬਾਬਾ ਜੀ ਨੇ ਮਾਤਾ ਜੀਤ ਕੌਰ ਜੀ ਦੀ ਪਿੱਤਰ ਕੁੱਖ ਤੋਂ ਅਵਤਾਰ ਧਾਰਨ ਕੀਤੇ ਸੀ, ਜਨਮ ਲਈ ਸੀ। ਦਸ਼ਮੇਸ਼ ਪਿਤਾ ਦੇ ਘਰ ਲਾਲ ਪੈਦਾ ਹੋਇਆ। ਪਹਿਲੋਂ ਵੱਡੇ ਸਪੁੱਤਰ ਸਨ ਮਾਤਾ ਸੁੰਦਰ ਕੌਰ ਜੀ ਦੇ, ਸਭ ਤੋਂ ਵੱਡੇ ਬਾਬਾ ਅਜੀਤ ਸਿੰਘ ਜੀ ਹੋਏ। ਉਹ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਜਿਨ੍ਹਾਂ ਦੇ ਪ੍ਰਕਾਸ਼ ਹੋਏ। ਤੇ ਸਾਧ ਸੰਗਤ ਜੀ, 3 ਸਪੁੱਤਰ ਮਾਤਾ ਜੀਤਾਂ ਜੀ ਦੇ ਸਨ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਜੋਰਾਵਰ ਸਿੰਘ ਜੀ, ਜਿਨ੍ਹਾਂ ਦੇ ਅੱਜ ਜਨਮ ਦਿਨ ਹਨ। ਸੰਮਤ 1553 ਦੇ ਵਿੱਚ ਉਹਨਾਂ ਨੇ ਜਨਮ ਲਏ। ਸਤਿਗੁਰੂ ਜੀ ਦੇ ਘਰ ਖੁਸ਼ੀਆਂ ਆਈਆਂ। ਬਹੁਤ ਬਹੁਤ ਵਧਾਈਆਂ ਹੋਣ ਸਮੂਹ ਸੰਗਤਾਂ ਨੂੰ। ਸਤਿਗੁਰੂ ਜੀ ਮਹਾਰਾਜ ਜੀ ਦੇ 3 ਸ਼ਾਦੀਆਂ ਹੋਈਆਂ। ਮਾਤਾ ਸਾਹਿਬ ਕੌਰ ਜੀ ਖਾਲਸੇ ਦੀ ਮਾਤਾ ਹੋਈ, ਜਿਨ੍ਹਾਂ ਨੇ ਮਹਾਰਾਜ ਜੀ ਨੇ ਵਚਨ ਕੀਤੇ, ਵਾਰ ਦਿੱਤੇ ਕਿ ਤੁਸੀਂ ਖਾਲਸਾ ਹੀ ਤੁਹਾਡੀ ਲਾਦ ਹੋਵੇਗਾ, ਸਰਬੱਤ ਖਾਲਸਾ ਹੀ ਤੁਹਾਡੀ, ਮਹਾਰਾਜ ਜੀ ਕਹਿੰਦੇ, ਲਾਦ ਹੋਵੇਗਾ। ਆਪਾਂ ਤਾਂ ਹੀ ਕਹਿੰਦੇ ਖਾਲਸੇ ਦੀ ਮਾਤਾ, ਮਾਤਾ ਸਾਹਿਬ ਕੌਰ ਜੀ। ਸਾਧ ਸੰਗਤ ਜੀ, ਜਿਸ ਵੇਲੇ ਮਹਾਰਾਜ ਨੇ ਅੰਮ੍ਰਿਤ ਸੰਚਾਰ ਕੀਤੇ, ਤੇ ਉਸ ਵੇਲੇ ਮਾਤਾ ਸਾਹਿਬ ਕੌਰ ਹੀ ਸੀ ਜਿਨ੍ਹਾਂ ਨੇ ਅੰਮ੍ਰਿਤ ਨੂੰ ਮਿੱਠਿਆ ਕਰਨ ਵਾਸਤੇ ਪਤਾਸੇ ਵਿੱਚ ਰਲਾਏ। ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਹੈ। ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਜਨਮ ਲਏ। 3 ਛੋਟੇ ਸਾਹਿਬਜ਼ਾਦੇ ਮਾਤਾ ਜੀਤਾਂ ਜੀ ਦੀ ਕੁੱਖ ਤੋਂ ਜਿਨ੍ਹਾਂ ਨੇ ਜਨਮ ਲਏ। ਸਾਧ ਸੰਗਤ ਜੀ, ਉਹਨਾਂ ਦੇ ਉਮਰਾਂ ਭਾਵੇਂ ਛੋਟੀਆਂ ਸਨ, ਸਾਕੇ ਉਹਨਾਂ ਦੇ ਵੱਡੇ ਹਨ, ਵੱਡੇ ਸ਼ਹੀਦ ਹੋਏ। ਪਹਿਲੇ ਸ਼ਹੀਦ ਹਨ ਜਿਹੜੇ ਕਿ ਇੰਨੀ ਉਮਰ ਦੇ ਵਿੱਚ, ਸਭ ਤੋਂ ਛੋਟੀ ਉਮਰ ਦੇ ਵਿੱਚ ਸ਼ਹੀਦ ਹੋਏ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ। ਇੰਨੀ ਉਮਰ ਦੇ ਕੋਈ ਸ਼ਹੀਦ ਨਹੀਂ ਹੋਏ ਜਿਨ੍ਹਾਂ ਨੇ ਛੋਟੀ ਛੋਟੀ ਆਜੂ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ। 7 ਸਾਲ ਦੀ ਕੋਈ ਬਹੁਤ ਆਜੂ ਨਹੀਂ ਹੁੰਦੀ। 7 ਸਾਲ ਦੀ ਕੀ ਆਜੂ ਹੈ? ਸਾਡੇ ਬੱਚਿਆਂ ਨੂੰ ਕੋਈ ਗਿਆਨ ਨਹੀਂ ਹੋਏਗਾ 7 ਸਾਲ ਦੀ ਆਜੂ 'ਚ। ਤੇ ਉਹਨਾਂ ਦੀ ਬ੍ਰਹਮ ਅਵਸਥਾ ਸੀ, ਪਿਛਲੀ ਉੱਚੀ ਅਵਸਥਾ ਸੀ, ਜਿਸ ਕਰਕੇ ਉਸ ਉਮਰ ਦੇ ਵਿੱਚ ਹੀ ਉਹ ਵੱਡੇ ਸਨ ਸਾਡੇ ਤੋਂ, ਸਾਡੇ ਬਾਬੇ ਮੰਨੇ ਜਾਂਦੇ ਹਨ। ਇਸ ਕਰਕੇ ਉਹਨਾਂ ਦਾ ਅੱਜ ਜਨਮ ਦਿਨ ਹੈ। ਕੋਟਨ ਕੋਟ ਸ਼ੁਕਰ ਹੈ ਦਸ਼ਮੇਸ਼ ਪਾਤਸ਼ਾਹ ਜੀ ਦਾ। ਕੋਟਨ ਕੋਟ ਵਧਾਈਆਂ ਸਮੂਹ ਸੰਗਤਾਂ ਨੂੰ। ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ। ਬਾਣੀ ਵਿਚਾਰਦੇ ਜੀ, ਨੇਕਾਂ ਭੁੱਲਾਂ ਹੁੰਦੀਆਂ ਨੇ, ਮਹਾਰਾਜ ਜੀ ਸਮੱਤ ਬਖਸ਼ ਲੈਣ। ਆਈਆਂ ਸਮੂਹ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ